कह रहा भी तू अपने केस जिहड़े कतल करवा, पर मेरी कोई सुनवाई नहीं हुई जी। हाँ जी, तो वो बंदियां ने मैनू रात नूं शराब पी के मैनू कुटदे मारदे भी ਜਿਹੜੇ ਕੰਪਨੀ ਦੇ ਪਿਆਰੋ ਆ ਸਫਾਰੀ ਕੰਪਨੀ ਦੇ ਟਰਾਂਸਪੋਰਟ ਦੇ, ਉਹਨਾਂ ਨੂੰ ਆਲਰੇਡੀ ਪਾਸਪੋਰਟ ਦੇ ਦਿੱਤਾ ਆ। ਆਪਣੇ ਗੁਰਪ੍ਰੀਤ ਭਾਜੀ ਆ, ਸੋ ਭਾਜੀ ਤੁਹਾਨੂੰ ਮਿਲ ਗਿਆ ਹੁਣ? ਹਾਂਜੀ ਹਾਂਜੀ, ਬਹੁਤ ਤੁਸੀਂ ਹੁਣ ਖੁਸ਼ ਜੇ ਇਸ ਗੱਲ ਤੇ? ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਤੇ ਚਲੋ ਠੀਕ ਹੈ ਜੀ, ਤੇ ਧੰਨਵਾਦ ਜੀ ਸਾਰੇ ਵੀਰਾਂ ਦਾ। ਸੋ ਵਾਹਿਗੁਰੂ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਰੰਧਾਵਾ ਸਾਹਿਬ ਭਾਜੀ, ਬੇਨਤੀ ਹੈ ਕਿ ਵੀਰ ਜੀ ਹੁਣੀ ਆਏ ਸੀ, ਬਲਜਿੰਦਰ ਵੀਰ ਜੀ ਹੁਣੀ ਆਏ, ਨਾਲ ਇਹਨਾਂ ਦੇ ਇੱਕ ਵੀਰ ਜੀ ਹੋਰ ਆਏ ਆ। ਉਹ ਜਿਹੜਾ ਮੈਟਰ ਸੀ ਨਾ ਟਰਾਂਸਪੋਰਟ ਦੇ ਦਫ਼ਤਰ 'ਚੋਂ ਹੀ ਅਸੀਂ ਹੋ ਰਹੇ ਹਾਂ। ਉਹ ਮਤਲਬ ਇਹਨਾਂ ਨੇ ਪਾਸਪੋਰਟ ਵੀ ਦਵਾ ਦਿੱਤਾ ਆ, ਅਤੇ ਜਿਹੜਾ ਮਤਲਬ ਹਿਸਾਬ ਦਾ ਸੀ ਮੈਟਰ ਜਿਹਾ, ਅਤੇ ਉਹ ਵੀ ਕਲੀਅਰ ਹੋ ਗਿਆ ਆ। ਅਤੇ ਬਹੁਤ ਬਹੁਤ ਮਿਹਰਬਾਨੀ। ਜੋ ਵੀ ਤੁਹਾਡੇ ਫਾਈਨ ਸੀਗੇ ਹੈ ਨਾ, ਕੰਪਨੀ ਨੇ ਕਲੀਅਰ ਕਰਾ ਲਏ ਆ, ਕਲੀਅਰ ਕਰਾਤੇ ਸਭ ਕੁਝ। ਜੋ ਵੀ ਤੁਹਾਡੇ ਤੇ ਆਏ ਸੀਗੇ ਹਾਂਜੀ ਹਾਂਜੀ, ਉਹ ਕਲੀਅਰ ਹੋ ਗਏ ਆ। ਬਟ ਹੁਣ ਤੁਹਾਨੂੰ ਕੋਈ ਸਫਾਰੀ ਟਰਾਂਸਪੋਰਟ ਕੰਪਨੀ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ? ਕੋਈ ਗਿਲਾ ਸ਼ਿਕਵਾ ਨਹੀਂ ਹੈ। ਬਹੁਤ ਕੋਈ ਵੀ ਇਹਨਾਂ ਦੇ ਫੋਰਮੈਨ ਨਾਲ ਕੋਈ ਵੀ ਜਿਹੜਾ ਕੋਈ ਬੰਦਾ ਹੈਗਾ NIR ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮੇਰੀ ਮਦਦ ਕੀਤੀ ਆ ਜੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਭਰਾਵਾਂ ਦਾ ਜੀ ਜੀ। ਤੇ ਸਫਾਰੀ ਰਬਾਬ ਨੇ ਵੀ ਬਹੁਤ ਵਧੀਆ ਸਹਿਯੋਗ ਦਿੱਤਾ ਸਾਨੂੰ। ਸੋ ਆਪਾਂ ਆਏ ਆ, ਸਵੇਰ ਦੇ ਆਏ ਆ ਤੁਹਾਡੇ ਕੋਲ ਇੱਥੇ ਆ ਕੇ, ਤੇ ਤੁਹਾਨੂੰ ਉੱਥੋਂ ਕੈਂਪ ਚੋਂ ਲਿਆ, ਤੇ ਬਾਅਦ ਵਿੱਚ ਇੱਥੇ ਪਹਿਲਾਂ ਤੁਹਾਡੇ ਮਰੂਰ ਦੇ ਵਿੱਚ ਫਾਈਨ ਕਲੀਅਰ ਕੀਤੇ, ਤੇ ਉਸ ਤੋਂ ਬਾਅਦ ਕੰਪਨੀ ਦਾ ਪਿਆਰੋ ਤੁਹਾਨੂੰ ਲੈ ਗਿਆ ਆ ਉਹਨਾਂ ਦੀ ਉੱਥੇ ਤਹਿਸੀਲ ਦੇ ਵਿੱਚ ਉੱਥੇ, ਔਰ ਮਿਨਿਸਟਰੀ ਆਫ ਹੋਮ ਦਾ ਆਲਰੇਡੀ ਵੀਜ਼ਾ ਕੈਂਸਲ ਹੋ ਗਿਆ ਹੈ, ਤੇ ਕੱਲ ਨੂੰ ਤੁਹਾਡਾ ਕੈਂਸਲੇਸ਼ਨ ਮੇਨ ਜਿਹੜਾ ਇਮੀਗ੍ਰੇਸ਼ਨ ਕੈਂਸਲੇਸ਼ਨ ਹੈ ਉਹ ਤੁਹਾਨੂੰ ਮਿਲ ਜਾਣਾ। ਸੋ ਅੱਜ ਤੁਹਾਨੂੰ ਕੰਪਨੀ ਵਾਲੇ ਪਾਸਪੋਰਟ ਤੁਹਾਨੂੰ ਦੇ ਰਹੇ ਨੇ, ਠੀਕ ਹੈ ਨਾ? ਬਹੁਤ ਬਹੁਤ ਧੰਨਵਾਦ ਜੀ। ਤੇ ਠੀਕ ਹੈ ਜੀ, ਤੇ ਧੰਨਵਾਦ ਕਿਹੜੇ ਕਿਹੜੇ ਵੀਰਾਂ ਦਾ ਕਰਨਾ ਚਾਹੁੰਦੇ? ਸਾਰੇ NIR ਵੀਰਾਂ ਦਾ जिन्होंने मेरी मदद की है। तो सर जी आप इसको पासपोर्ट पकड़ा दो अभी, तो क्योंकि बाद में ये बोले नहीं कहीं, तो जो ਹੁਣ ਕੰਪਨੀ ਦਾ ਜਿਹੜਾ ਪਿਆਰੋ ਹੈਗਾ ਸਫਾਰੀ ਟਰਾਂਸਪੋਰਟ ਦਾ, ਸੋ ਇਹਨਾਂ ਨੂੰ ਪਾਸਪੋਰਟ ਲਿਆ ਕੇ ਇਹਨਾਂ ਨੂੰ ਦੇ ਰਹੇ ਨੇ। ਮੇ ਬੀ ਫਰਾਈਡੇ ਤੱਕ ਮਤਲਬ ਟਿਕਟ ਇਹਨਾਂ ਦੀ ਹੋ ਜੂਗੀ। ਤੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਰਨੇਕ ਵੀਰ ਜੀ ਦਾ ਤੇ ਸਤਵੀਰ ਵੀਰ ਜੀ ਦਾ, ਸੋ ਜਿਨ੍ਹਾਂ ਨੇ ਵੀਰਾਂ ਨੇ ਇਸ ਵੀਰ ਦਾ ਬੜਾ ਸਾਥ ਦਿੱਤਾ ਕੀਤੀ ਹੈ। ਸੋ ਸਾਰੇ ਹਾਂਜੀ ਆਲ ਓਵਰ ਜਿੰਨੇ ਵੀ ਮੇਰੇ ਵੀਰ ਪੰਜਾਬੀ ਆ, ਹਾਂਜੀ ਹਾਂਜੀ, ਚਲੋ ਤੁਸੀਂ ਮਨ ਨਾ ਹਲਕਾ ਕਰੋ, ਕੋਈ ਗੱਲ ਨਹੀਂ। ਸੋ ਵਾਹਿਗੁਰੂ ਨੇ ਤੁਸੀਂ ਸੁੱਖੀ ਸੰਦੀ ਆਪਣੇ ਘਰ ਚਲ ਗਏ। ਸੋ ਪੰਜਾਬੀ ਇੱਦਾਂ ਹੀ ਆਪਣੇ ਕਰਦੇ ਹੁੰਦੇ ਆ, ਲੜਾਈ ਝਗੜਾ ਇੱਥੇ ਕਰਦੇ ਹੁੰਦੇ। ਚਲੋ ਸੋ ਉਹਨਾਂ ਨੂੰ ਪਤਾ ਹੀ ਜਿੱਦਾਂ ਦੇ ਹੈਗੇ ਇੱਥੇ ਆਪਣੇ ਬੰਦੇ। ਹਰਨੇਕ ਭਾਜੀ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਵੀਰ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ। मैं पुश कर दिया, रोक दिया। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਗੁਰੂ ਮਹਾਰਾਜ ਮਿਹਰ ਕਰਨ, ਸਾਰੇ ਚੜ੍ਹਦੀ ਕਲਾ 'ਚ ਰਹੋ ਜੀ। 2-3 ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਇਆ ਸੀਗਾ, ਜਿਹਦੇ ਵਿੱਚ ਇੱਕ ਦੁਬਈ ਤੋਂ ਜੋ ਇੱਕ ਆਪਣੇ ਵੀਰ ਸੀਗੇ, ਜੋ ਪਹਿਲਾਂ ਸਹਿਜਧਾਰੀ ਸੀ, ਔਰ ਦੁਬਈ ਜਦੋਂ ਕਿਸੇ ਕੰਪਨੀ 'ਚ ਉਹਨਾਂ ਨੇ ਜੁਆਇਨ ਕੀਤਾ, ਉਸ ਤੋਂ ਬਾਅਦ ਸਿੱਖੀ ਸਰੂਪ 'ਚ ਆਏ, ਔਰ ਉਹਨਾਂ ਨੂੰ ਕੰਪਨੀ ਤਰਫੋਂ ਤੰਗ ਕੀਤਾ ਗਿਆ ਕੇਸ ਕਤਲ ਕਰਾਉਣ ਵਾਸਤੇ, ਔਰ ਦੂਸਰਾ ਉਹਨਾਂ ਦੀ ਕੁਛ ਤਨਖਾਹ ਦਾ ਮਸਲਾ ਸੀਗਾ, ਔਰ ਕੁਛ ਜੋ ਹੈ ਉਹਨਾਂ ਨਾਲ ਮਾਰਕੁੱਟ ਦੀ ਸਮੱਸਿਆ ਜਿਹੜੀ ਹੈ ਉਹ ਚੱਲਦੀ ਸੀਗੀ। ਸੋ ਜਦੋਂ ਕੋਈ ਬੰਦਾ ਸਾਬਤ ਸੂਰਤ ਹੁੰਦਾ ਹੈ, ਅਤੇ ਉਹਦੇ ਬਾਰੇ ਜਦੋਂ ਵੀ ਕੋਈ ਇਹੋ ਜਿਹੀ ਗੱਲ ਹੁੰਦੀ ਹੈ, ਅਤੇ ਜ਼ਾਹਿਰ ਜਿਹੀ ਗੱਲ ਹੈ ਕਿ ਹਰ ਬੰਦੇ ਦਾ ਜੋ ਹੈ ਖੂਨ ਵੀ ਖੋਲ੍ਹਦਾ ਹੈ, ਦੁੱਖ ਵੀ ਲੱਗਦਾ ਹੈ, ਔਰ ਕੋਸ਼ਿਸ਼ ਕੀਤੀ ਜਾਂਦੀ ਹੈ ਹਮੇਸ਼ਾ ਕਿ ਜਲਦੀ ਤੋਂ ਜਲਦੀ ਜਿੰਨੀ ਕੁ ਜਲਦੀ ਰੈਸਕਿਊ ਕਰਕੇ ਅਤੇ ਬੰਦੇ ਨੂੰ ਬਚਾਇਆ ਜਾ ਸਕੇ, ਉਹਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ। ਸੋ ਅੱਜ ਤੋਂ 3-4 ਦਿਨ ਪਹਿਲਾਂ ਹੀ ਪਤਾ ਲੱਗਿਆ ਸੀਗਾ ਆਪਾਂ ਨੂੰ ਕਿ ਆਹ ਗੱਲਬਾਤ ਹੋਈ ਹੈ, ਔਰ ਵੀਰ ਨੇ ਮੇਰੇ ਤੱਕ फ़ोन ते भी गल हुई, मैसेज ते भी, और फिर वीर नाल
ਜੋ ਹੈ ਵੀਰ ਨੇ ਆਪਣੀ ਵੀਡੀਓ ਵੀ ਬਣਾ ਕੇ ਭੇਜੀ, ਜਿਹਦੇ ਵਿੱਚ ਉਹਨਾਂ ਨੇ ਇਹ ਆਪਣਾ ਬਿਆਨ ਖੁਦ ਰਿਕਾਰਡ ਕਰਕੇ ਭੇਜਿਆ ਸੀਗਾ ਕਿ ਮੈਨੂੰ ਕੇਸ ਕਤਲ ਕਰਾਉਣ ਵਾਸਤੇ ਜ਼ਬਰਦਸਤੀ ਕੀਤੀ ਜਾ ਰਹੀ ਹੈ ਔਰ ਮੇਰੇ ਨਾਲ ਜੋ ਹੈ ਮਾਰਕੁੱਟ ਹੋ ਰਹੀ ਹੈ। ਸੋ ਆਪਾਂ ਉਹ ਵੀਡੀਓ ਜੋ ਹੈ ਆਪਣੇ YouTube ਤੇ ਪਾਇਆ ਸੀਗਾ ਔਰ YouTube ਤੋਂ ਕਾਫੀ ਵਾਇਰਲ ਹੋਇਆ ਔਰ ਆਪਾਂ ਇੱਕ ਟਵਿੱਟਰ ਤੇ ਕੈਂਪੇਨ ਚਲਾਇਆ ਸੀ। ਸਾਰੇ ਜੋ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਜਿਹੜੇ ਸਾਡੇ ਗਰੁੱਪ ਮੈਂਬਰ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਸਾਰਿਆਂ ਨੂੰ ਇਕੱਠਾ ਲੈ ਕੇ ਨਾਲ ਲੈ ਕੇ ਇੱਕ ਆਪਾਂ ਜੋ ਹੈ ਕੈਂਪੇਨ ਚਲਾਇਆ। ਕੈਂਪੇਨ ਤੋਂ ਬਾਅਦ ਜੋ ਹੈ ਇਹ ਤੁਹਾਨੂੰ ਪਤਾ ਜਦੋਂ ਮਾਮਲਾ ਹਾਈਲਾਈਟ ਹੋ ਜਾਂਦਾ ਤੇ ਫਿਰ ਕੋਈ ਵੀ ਕੰਪਨੀ ਨਹੀਂ ਚਾਹੁੰਦੀ ਕਿ ਉਹਦੇ ਤੇ ਉਹਦੀ ਰੈਪੋ ਤੇ ਜੋ ਹੈ ਉਹ ਦਾਗ ਲੱਗੇ। ਸੋ ਫਿਰ ਗੱਲਬਾਤ ਸ਼ੁਰੂ ਹੋਈ ਕੰਪਨੀ ਨਾਲ ਔਰ ਕੰਪਨੀ ਨਾਲ ਜੋ ਗੱਲਬਾਤ ਹੋਈ ਉਹਦੇ ਬਾਅਦ ਅਸੀਂ ਵੀਡੀਓ ਜੋ ਹੈ ਉਹ ਉਤਾਰਿਆ ਔਰ ਜੋ ਟਵੀਟਸ ਅਸੀਂ ਕੀਤੇ ਸੀਗੇ ਅਲੱਗ-ਅਲੱਗ ਪਲੇਟਫਾਰਮਸ ਤੋਂ ਉਹ ਅਸੀਂ ਜੋ ਹੈ ਉਹ ਡਿਲੀਟ ਕੀਤੇ ਔਰ ਉਹ ਸਿਰਫ ਇਸ ਕਰਕੇ ਕੀਤੇ ਕਿ ਇਹ ਜੋ ਮਸਲਾ ਹੈ ਹੁਣ ਮਤਲਬ ਸਮਾਪਤੀ ਵਾਰ ਵੱਧ ਰਿਹਾ ਔਰ ਇਹ ਕਿਸੇ ਨਿਪਟਾਰੇ ਤੱਕ ਪਹੁੰਚ ਜਾਏ। ਸੋ ਬੜਾ ਵਧੀਆ ਹੋਇਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਿ ਜੋ ਸਾਡੇ ਗਰੁੱਪ ਦੇ ਵੀਰ ਨੇ ਜੋ ਹਮੇਸ਼ਾ ਅੱਗੇ ਰਹਿੰਦੇ ਨੇ ਸੇਵਾ ਦੇ ਵਿੱਚ ਔਰ ਜੋ ਅਸੀਂ ਪਹਿਲਾ ਅਵਾਰਡ ਦਿੱਤਾ ਸੀਗਾ ਹਰਨੇਕ ਰੰਧਾਵਾ ਅੰਬੈਸਡਰ ਆਫ ਹਿਊਮੈਨਿਟੀ ਅਵਾਰਡ ਉਹ ਆਪਾਂ ਵੀਰ ਬਲਜਿੰਦਰ ਸਿੰਘ ਜੀ ਨੂੰ ਦਿੱਤਾ ਸੀ। ਵੀਰ ਬਲਜਿੰਦਰ ਸਿੰਘ ਜੀ ਜੋ ਨੇ ਉਹ ਖੁਦ ਗੱਡੀ ਡਰਾਈਵ ਕਰਕੇ ਕਾਫੀ ਦੂਰ ਉਹਨਾਂ ਦੀ ਲੋਕੇਸ਼ਨ 'ਤੇ ਗਏ ਨੇ ਔਰ ਉਸ ਤੋਂ ਬਾਅਦ ਕੰਪਨੀ ਦਾ ਜੋ ਫੋਰਮੈਨ ਸੀ ਜਿਹਦੇ 'ਤੇ ਤੰਗ ਪਰੇਸ਼ਾਨ ਕਰਨ ਦਾ ਜਿਹੜਾ ਸੀ ਉਹਦੇ 'ਤੇ ਇਲਜ਼ਾਮ ਸੀਗਾ ਔਰ ਜਿਹੜੇ ਕੰਪਨੀ ਦੇ ਮੇਨ CEO ਸੀਗੇ ਜੋ ਕੰਪਨੀ ਦੇ ਮਾਲਕ ਨੇ, ਹਾਲਾਂਕਿ ਅਰਬ ਦੀਆਂ ਕੰਪਨੀਆਂ ਦੇ ਵਿੱਚ ਅਸਲ ਮਾਲਕ ਤੇ ਰਬਾਬ ਹੀ ਹੁੰਦੇ ਨੇ, ਅਰਬੀ ਹੁੰਦੇ ਨੇ, ਲੇਕਿਨ ਸੈਕਿੰਡ ਇਨ ਕਮਾਂਡ ਉਹਨਾਂ ਨੇ ਹਮੇਸ਼ਾ ਕੋਈ ਇੰਡੀਅਨ ਰੱਖਿਆ ਹੁੰਦਾ। ਸੋ ਉਹ ਵੀ ਸਾਊਥ ਤੋਂ ਹੀ ਸੀਗੇ ਔਰ ਉਹਨਾਂ ਨਾਲ ਬਲਜਿੰਦਰ ਵੀਰ ਜੀ ਦੀ ਗੱਲ ਹੋਈ ਹੈ ਔਰ ਗੱਲ ਤੋਂ ਬਾਅਦ ਉਹਨਾਂ ਨੇ ਜੋ ਵੀ ਉਹਦੇ ਫਾਈਨਸ ਵਗੈਰਾ ਸੀਗੇ ਵੀਰ ਦੇ ਗੁਰਪ੍ਰੀਤ ਸਿੰਘ ਜੀ ਦੇ ਜੋ ਫਾਈਨ ਵਗੈਰਾ ਸੀਗੇ ਉਹ ਕਲੀਅਰ ਕੀਤੇ ਨੇ। ਜੋ ਬਲੈਕ ਪੁਆਇੰਟ ਸੀਗੇ ਉਹਦਾ ਮਸਲਾ ਸੋਲਵ ਹੋਇਆ ਔਰ ਜਿਹੜੀ ਸਭ ਤੋਂ ਵੱਡਾ ਪੇਜ ਸੀਗਾ ਕਿ ਇਹਨਾਂ ਨੇ 8-10 ਮਹੀਨੇ ਕੰਮ ਕੀਤਾ ਔਰ ਵੀਜ਼ਾ ਇਹਨਾਂ ਦਾ 2 ਸਾਲ ਦਾ ਹੈ, ਤੁਸੀਂ ਇਹਨਾਂ ਦਾ 4-5 ਹਜ਼ਾਰ ਦਰਾਮ ਪੇ ਕਰੋ ਵਿਚ ਇਜ਼ ਕੰਪਲੀਟਲੀ ਇਲੀਗਲ। ਉਹਦੇ 'ਤੇ ਅਸੀਂ ਐਗਰੀ ਨਹੀਂ ਹੋਏ ਔਰ ਉਹਨਾਂ ਨੇ ਬਾਅਦ 'ਚੋਂ ਉਹ ਚੀਜ਼ ਵੀ ਜਿਹੜੀ ਆ ਉਹ ਰਫਾ ਦਫਾ ਕਰ ਦਿੱਤੀ। ਸੋ ਕੰਪਨੀ ਦੇ ਜੋ CEO ਸਾਹਿਬ ਸੀਗੇ ਉਹਨਾਂ ਦਾ ਕੋਆਪਰੇਸ਼ਨ ਬਹੁਤ ਵਧੀਆ ਰਿਹਾ ਔਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰਾ ਜੋ ਕੱਲ੍ਹ ਜੋ ਹੈ ਉਹ ਕੱਲ੍ਹ ਬਿਲਕੁਲ ਕੰਮ ਨਿਪਟ ਗਿਆ। ਇਹ ਮੇਰੇ ਵੀਡੀਓ ਤੋਂ ਬਾਅਦ ਤੁਸੀਂ ਵੀਰ ਦਾ ਵੀਡੀਓ ਵੀ ਦੇਖ ਸਕੋਗੇ ਜਿਹਦੇ ਵਿੱਚ ਉਹਨਾਂ ਨੂੰ ਪਾਸਪੋਰਟ ਹੈਂਡਓਵਰ ਕੀਤਾ ਜਾ ਰਿਹਾ ਔਰ ਵੀਰ ਖੁਸ਼ ਨੇ। ਉਹਨਾਂ ਨੇ ਸਾਰੇ ਵੀਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵੀ ਵੀਰ ਦੀ ਹੈਲਪ ਵਾਸਤੇ ਅੱਗੇ ਹੱਥ ਵਧਾਇਆ ਸੀਗਾ ਔਰ ਮੇਰੇ ਨਾਲ 2 ਦਿਨ ਵੀਰ ਦੀ ਕੰਟੀਨਿਊ ਗੱਲ ਹੁੰਦੀ ਰਹੀ। ਉਹਨਾਂ ਨੇ ਸਾਰੀਆਂ ਮੈਨੂੰ ਅਗਲੀਆਂ ਪਿਛਲੀਆਂ ਦੀਆਂ ਗੱਲਾਂ ਦੱਸੀਆਂ ਸੀਗੀਆਂ। ਸੋ ਕਈ ਚੀਜ਼ਾਂ ਜੋ ਨੇ ਜਦੋਂ ਆਪਾਂ ਗੱਲ ਅੱਗੇ ਵਧਾਉਂਦੇ ਹਾਂ ਕਈ ਚੰਗੀਆਂ ਮਾੜੀਆਂ ਚੀਜ਼ਾਂ ਸਭ ਪਤਾ ਲੱਗਦੀਆਂ ਰਹਿੰਦੀਆਂ ਨੇ ਵਿੱਚ, ਲੇਕਿਨ ਜੋ ਕਹਾਣੀ ਹੈ ਉਹ ਇਹ ਹੈ ਜਿੰਨਾ ਕੁ ਮੈਂ ਅਰਬ ਔਰ ਅਫਰੀਕਾ ਦੇ ਵਿੱਚ ਮੈਂ ਵੀ ਕੰਮ ਕੀਤਾ, ਜਿੰਨਾ ਕੁ ਅਰਬ ਕੰਟਰੀਆਂ ਦੇ ਵਿੱਚ ਮੈਂ ਰਿਹਾ ਔਰ ਜਿੰਨੇ ਕੁ ਕੈਂਪਾਂ ਦੇ ਵਿੱਚ ਜਾਂ ਕੰਪਨੀਆਂ ਦੇ ਵਿੱਚ ਰਹੇ ਹਾਂ ਉੱਥੇ ਮੈਂ 2 ਚੀਜ਼ਾਂ ਨੋਟ ਕੀਤੀਆਂ ਨੇ। 2 ਚੀਜ਼ਾਂ ਖਾਸ ਕਰਕੇ ਹੁੰਦੀਆਂ ਨੇ। ਇੱਕ ਤਾਂ ਕੰਪਨੀ ਦੇ ਹਰ ਕਮਰੇ ਦੇ ਵਿੱਚ ਇੱਕ ਦੱਲਾ ਹੁੰਦਾ ਹੈ, ਦਲਾਲ ਜਿਹਨੂੰ ਆਪਾਂ ਕਹਿੰਦੇ ਹਾਂ ਜਿਹੜਾ ਵੀਜ਼ੇ ਕਢਾਉਂਦਾ। ਇੱਕ ਤਾਂ ਕੰਪਨੀ ਦੇ ਵਿੱਚ 2-4-5 ਦੱਲੇ ਪੱਕੇ ਹੁੰਦੇ ਨੇ ਜਾਂ ਫਿਰ ਇੱਕ ਕਮਰੇ ਦੇ ਵਿੱਚ 2-2 3-3 ਹੁੰਦੇ ਨੇ, ਠੀਕ ਹੈ। ਨਹੀਂ ਤਾਂ ਇੱਕ ਕਮਰੇ ਦੇ ਵਿੱਚ ਇੱਕ ਦੱਲਾ ਤੁਹਾਨੂੰ ਪੱਕਾ ਮਿਲਦਾ ਜਿਹੜਾ ਦਲਾਲੀ ਖਾ ਕੇ ਤੇ ਲੋਕਾਂ ਦੇ ਵੀਜ਼ੇ ਕਢਾਉਂਦਾ ਹੈ ਤੇ ਅੱਧੇ ਪੈਸੇ ਖਾ ਜਾਂਦਾ, ਠੀਕ ਹੈ। ਇੱਕ ਤਾਂ ਇਹ ਕੰਮ ਬਹੁਤ ਜ਼ਿਆਦਾ ਹੈ ਔਰ ਦੂਸਰਾ ਜਿਹੜੀ ਕੰਸਟਰਕਸ਼ਨ ਸਾਈਟਸ ਨੇ ਇਹ ਸਾਰੇ ਅਰਬ ਦੀ ਗੱਲ ਕਰ ਰਿਹਾ ਮੈਂ, ਸਾਰੇ ਅਰਬ 'ਚ ਮੋਸਟਲੀ ਇਹੀ ਹਾਲ ਹੈ, ਠੀਕ ਹੈ ਨਾ। ਕਿਉਂਕਿ ਅੱਜ ਤੋਂ 25-30 ਸਾਲ ਪਹਿਲਾਂ ਬਹੁਤ ਵਧੀਆ ਸੈਲਰੀਆਂ ਦਿੰਦੇ ਸੀ। ਜਦੋਂ ਸਾਡੇ ਲੋਕਾਂ ਨੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਣਾ ਸ਼ੁਰੂ ਕੀਤਾ, ਐਡਮ ਦੇ ਵਿੱਚ ਜਾਣਾ ਸ਼ੁਰੂ ਕੀਤਾ, ਜਦੋਂ HR ਡਿਪਾਰਟਮੈਂਟ ਦੇ ਵਿੱਚ ਚਲੇ ਗਏ, ਉਹਨਾਂ ਨੇ ਦੱਸਿਆ ਇਹਨਾਂ ਨੂੰ ਅਰਬੀਆਂ ਨੂੰ ਕਿ ਵੀ ਆ ਜਿਹਨੂੰ ਤੁਸੀਂ 50,000 ਤਨਖਾਹ ਦੇਣ ਲੱਗੇ ਉਹਨੂੰ ਕੋਈ ਪਿੰਡ ਸਾਈਕਲ ਨਹੀਂ ਦਿੰਦਾ, ਬਈ ਤੇਰੇ ਢਿੱਡ 'ਚ ਕੀ ਪੀੜ ਹੈ। ਅਗਰ ਉਹ ਦੇਣ ਲੱਗੇ ਨੇ ਉਹਦੀ ਐਲੀਜੀਬਿਲਟੀ ਦੇਖ ਕੇ ਸਾਰਾ ਕ੍ਰਾਈਟੇਰੀਆ ਦੇਖ ਕੇ ਫਿਰ ਦੇ ਰਹੇ ਨੇ, ਕੋਈ ਪ੍ਰੋਬਲਮ ਨਹੀਂ ਸੀ ਹੋਣੀ ਚਾਹੀਦੀ। ਲੇਕਿਨ ਸਾਡੇ ਲੋਕਾਂ ਨੇ ਨੰਬਰ ਬਣਾਉਣ ਦੇ ਚੱਕਰ 'ਚ, ਪੁਆਇੰਟ ਬਣਾਉਣ ਦੇ ਚੱਕਰ 'ਚ ਕਿ ਮੈਂ ਮਾਲਕ ਦੇ ਸਾਹਮਣੇ ਨੰਬਰ ਬਣਾ ਲਾਂ ਅਤੇ ਮੇਰੀ ਤਨਖਾਹ ਵੱਧ ਜੇ ਜਾਂ ਮੇਰਾ ਵੀਜ਼ਾ ਵੱਧਦਾ ਰਹੇ, ਮੈਂ ਹੋਰ ਨੂੰ ਬੁਲਾ ਲਾਂ, ਫਲਾਣੇ ਨੂੰ ਬੁਲਾ ਲਾਂ ਔਰ ਦਲਾਲੀ ਖਾਈ ਜਾਵਾਂ, ਇਹ ਚੱਕਰ ਦੇ ਵਿੱਚ ਇਹ ਸਾਰੀ ਜੋ ਬਰਬਾਦੀ ਹੋਈ ਹੈ ਨਾ ਅਰਬ ਕੰਟਰੀਆਂ ਦੀ, ਇਹ ਜਿਹੜੀਆਂ ਤਨਖਾਹਾਂ ਇੰਨੀਆਂ ਨੀਚੇ ਆਈਆਂ ਨੇ ਉਹਦਾ ਬੇਸਿਕ ਰੀਜ਼ਨ ਹੈ ਜਿਹੜੇ ਸਾਡੇ ਇੰਡੀਅਨ ਲੋਕ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਲੇ ਗਏ ਔਰ ਉਹਨਾਂ ਨੇ ਜਾ ਕੇ ਮਾਲਕਾਂ ਨੂੰ ਦੱਸਿਆ ਕਿ ਜੀ ਇਹ ਤਾਂ ਤੁਸੀਂ ਐਵੇਂ ਹੀ ਬੇਫਜ਼ੂਲ ਤਨਖਾਹ ਦੇਈ ਜਾਂਦੇ ਹੋ ਨਹੀਂ। ਫਿਰ ਉਹਦੇ ਬਾਅਦ ਤਨਖਾਹਾਂ ਘਟਣ ਲੱਗ ਗਈਆਂ। ਤਨਖਾਹਾਂ ਘਟਣ ਤੋਂ ਬਾਅਦ ਜਿਹੜੀ ਮੇਨ ਪਾਵਰ ਆ ਗਈ ਉਹ ਆ ਗਈ ਫੋਰਮੈਨ ਦੇ ਹੱਥ 'ਚ।
ਸੋ ਫੋਰਮੈਨ ਜਿਹੜਾ ਹੈ, ਐਕਚੁਅਲ ਫੋਰਮੈਨ ਮੇਰੇ ਹਿਸਾਬ ਨਾਲ ਉਹਨੂੰ ਗਿਣਿਆ ਜਾਂਦਾ ਹੈ ਜਿਹੜੇ 4 ਬੰਦਿਆਂ ਨੂੰ, 4 ਸੋਚ ਦੇ ਬੰਦਿਆਂ ਨੂੰ ਇਕੱਠਾ ਲੈ ਕੇ ਚੱਲ ਸਕੇ, ਠੀਕ ਹੈ। ਲੇਕਿਨ ਸਾਡੇ ਲੋਕ ਜ਼ਿਆਦਾਤਰ ਕੀ ਕਰਦੇ ਨੇ, ਸਾਡੇ ਲੋਕ ਕਰਦੇ ਨੇ ਪੋਲਿਸ਼, ਮੱਖਣਬਾਜੀ ਕਰਦੇ ਨੇ ਤੇ ਪੋਲਿਸ਼ ਕਰਦੇ ਨੇ। ਔਰ ਉਹਦਾ ਸਿਰਫ 2 ਹੀ ਰੀਜ਼ਨ ਹੁੰਦੇ ਨੇ ਕਿ ਇੱਕ ਤਾਂ ਬਸ ਫੋਰਮੈਨ ਨੂੰ ਕੋਈ ਆਪਣਾ ਸ਼ਾਮ ਨੂੰ ਇੱਕ ਅੱਧੀ ਬੋਤਲ ਲਿਆ ਕੇ ਦੇ ਦਿੱਤੀ, ਹਫ਼ਤੇ 10 ਦਿਨਾਂ ਬਾਅਦ ਬੋਤਲ ਲਿਆ ਕੇ ਦੇ ਦਿੱਤੀ, ਜਾਂ ਉਹਨੂੰ ਖਿਲਾ ਪਿਲਾ ਦਿੱਤਾ ਤੇ ਜਿੰਨਾ ਮਰਜ਼ੀ ਤੁਸੀਂ ਆਪਣਾ ਓਵਰ ਟਾਈਮ ਲਿਖਾਈ ਜਾਓ, ਠੀਕ ਹੈ ਨਾ। ਔਰ ਇਹ ਜਿਹੜਾ ਕੰਮ ਹੈ ਨਾ ਓਵਰ ਟਾਈਮ ਵਾਲਾ, ਇਸ ਕਰਕੇ ਸਾਰੀ ਸੱਤਿਆਨਾਸ਼ ਹੋ ਰਹੀ ਹੈ। ਓਵਰ ਟਾਈਮ ਲੱਗਣਾ ਬਹੁਤ ਚੰਗੀ ਗੱਲ ਹੈ, ਓਵਰ ਟਾਈਮ ਮਿਲੇ ਉਹ ਵੀ ਬੜੀ ਚੰਗੀ ਗੱਲ ਹੈ। ਉਹ 2 ਗੁਣਾ ਮਿਲੇ, 3 ਗੁਣਾ, 5 ਗੁਣਾ ਮਿਲੇ, ਬੜੀ ਖੁਸ਼ੀ ਦੀ ਗੱਲ ਹੈ। ਲੇਕਿਨ ਆਪਣਾ ਓਵਰ ਟਾਈਮ ਲਗਵਾਉਣ ਦੇ ਚੱਕਰ 'ਚ ਫੋਰਮੈਨਾਂ ਨੂੰ ਇੰਨੀ ਪੋਲਿਸ਼ ਨਾ ਮਾਰੋ ਕਿ ਉਹ ਤੁਹਾਨੂੰ ਕੁਝ ਵੀ ਨਾ ਸਮਝਣ। ਹਰ ਪੋਸਟ ਇੱਜ਼ਤ एहतराम ਕਰਨਾ ਬੜੀ ਚੰਗੀ ਗੱਲ ਹੈ, ਲੇਕਿਨ ਇੰਨੀ ਚਮਚਾਗਿਰੀ ਨਾ ਕਰਿਆ ਕਰੋ, ਠੀਕ ਹੈ ਨਾ। ਔਰ ਅੱਜ ਕੱਲ੍ਹ ਜਿਹੜਾ ਟ੍ਰੈਂਡ ਚੱਲ ਗਿਆ, ਪਹਿਲਾਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਚਿੱਟੇ ਦੀ ਬੜੀ ਸਮੱਸਿਆ ਸੀ, ਹੁਣ ਅਸੀਂ ਆਮ ਦੇਖਣ ਲੱਗੇ ਹਾਂ ਕਿ ਅਰਬ ਕੰਟਰੀਆਂ ਦੇ ਵਿੱਚ ਵੀ ਮੁੰਡੇ ਸਮੈਕ ਲੈ ਰਹੇ ਨੇ, ਚਿੱਟਾ ਲੈ ਰਹੇ ਨੇ, ਤੰਬਾਕੂ ਤਾਂ ਉਹਨਾਂ ਦੇ ਮੂੰਹ 'ਚੋਂ ਨਿਕਲਦਾ ਕੋਈ ਨਹੀਂ। ਪਹਿਲਾਂ ਕੀ ਹੁੰਦਾ ਸੀਗਾ, ਜਿਸ ਬੱਚੇ ਨੂੰ ਇਹ ਪ੍ਰੋਬਲਮ ਹੋ ਜਾਂਦੀ ਸੀ ਉਹਨੂੰ ਅਰਬ ਕੰਟਰੀਆਂ 'ਚ ਭੇਜ ਦਿੰਦੇ ਸੀ, ਜਾ ਵੀ ਕਿਤੇ ਬਾਹਰ ਦੁਬਈ ਸ਼ੁਬਈ ਚਲੇ ਜਾ ਤੇ ਉਹ ਉੱਥੇ ਇਹ ਚੀਜ਼ਾਂ ਨਹੀਂ ਮਿਲਣਗੀਆਂ ਤੇ ਤੂੰ ਹਟ ਜਾਏਗਾ। ਉੱਥੇ ਵੀ ਲੋਕੀ ਸਾਡੇ ਸ਼ੈਂਪੂ ਪੀਣ ਲੱਗ ਗਏ, ਟੋਇਲਟ ਕਲੀਨਰ ਪੀਣ ਲੱਗ ਗਏ, ਕੋਈ ਦੁਨੀਆ ਦੀ ਚੀਜ਼ ਨਹੀਂ ਇਹਨਾਂ ਨੇ ਛੱਡੀ। ਸੋ ਥੋੜ੍ਹੀ ਬਹੁਤ ਆਪਾਂ ਸ਼ਰਮ ਕਰੀਏ, ਠੀਕ ਹੈ। ਪੰਜਾਬ ਤਾਂ ਡੁੱਬਦਾ ਹੀ ਪਿਆ, ਹੁਣ ਤੁਸੀਂ ਉੱਧਰ ਵੀ ਇਹ ਕੰਮ ਸ਼ੁਰੂ ਕਰ ਦਿੱਤਾ। ਔਰ ਇਹ ਚੀਜ਼ਾਂ 'ਤੇ ਪੜਦਾ ਪਿਆ ਰਵੇ, ਇਹਦੇ ਵਾਸਤੇ ਤੁਸੀਂ ਫੋਰਮੈਨਾਂ ਨਾਲ ਬਣਾ ਕੇ ਰੱਖਦੇ ਹੋ ਬਈ ਇਹਨੂੰ ਦਾਰੂ ਦੂਰੂ ਪਿਲਾ ਤੋ, ਬਸ ਆਪੇ ਟੀਕੇ ਲਾਈ ਜਾਓ, ਕਿਤੇ ਰਿਪੋਰਟ ਨਾ ਕਰਦੇ, ਆਪੇ ਸਮੈਕ ਲਿਆਈ ਜਾਓ, ਵੰਡੀ ਜਾਓ, ਆਪ ਵੀ ਖਾਈ ਜਾਓ, ਦੂਜਿਆਂ ਨੂੰ ਵੀ ਖਿਲਾਈ ਜਾਓ, ਦੂਜਿਆਂ ਨੂੰ ਸੁੱਟੇ ਲਵਾਈ ਜਾਓ। ਤੇ ਫਿਰ ਜੋ ਹੈ ਫੋਰਮੈਨ ਕਿਤੇ ਅੱਗੇ ਗੱਲ ਨਾ ਕਰੇ, ਫੋਰਮੈਨ ਨੂੰ ਵੀ ਇੱਕ ਅੱਡਾ ਲਵਾ ਦਿੱਤਾ ਪੈ ਗਿਆ, ਸੁੱਟਾ ਲਵਾ ਦਿੱਤਾ ਤੇ ਉਹਨੂੰ ਵੀ ਆਪਣਾ ਕੋਈ ਚਲੋ ਜੀ ਉਹਦਾ ਵੀ ਟਾਈਮ ਸਾਰ ਦਿੱਤਾ। ਸੋ ਇਹ ਚੱਕਰ ਦੇ ਵਿੱਚ ਇੱਕ ਦੂਜੇ ਦਾ ਨੁਕਸਾਨ ਕਰਦੇ ਆ। ਇਸ ਕੇਸ ਦੇ ਵਿੱਚ ਵੀ ਭਾਈ ਸਾਹਿਬ ਨਾਲ ਮਾਰਕੁੱਟ ਕੀਤੀ ਹੈ ਵੀਰਾਂ ਨੇ। ਸੋ ਬਹੁਤ ਲਾਹਨਤ ਦੀ ਔਰ ਦੁੱਖ ਦੀ ਗੱਲ ਹੈ, ਸ਼ਰਮ ਦੀ ਗੱਲ ਹੈ। ਤੁਸੀਂ ਤਾਂ ਰਿਸ਼ਤੇਦਾਰ ਸੀਗੇ, ਤੁਸੀਂ ਰਿਸ਼ਤੇਦਾਰ ਹੋ ਕੇ ਇਹੋ ਜਿਹੀ ਹਰਕਤ ਕੀਤੀ ਹੈ ਜਿਹੜੀ ਕਿ ਬਿਲਕੁਲ ਗਲਤ ਹੈ। ਬਾਕੀ ਕੰਪਨੀ ਨੂੰ ਅਸੀਂ ਧੰਨਵਾਦ ਕਹਿੰਦੇ ਹਾਂ, ਥੈਂਕ ਯੂ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਜਿਹੜੀ ਅਸੀਂ ਕੰਡੀਸ਼ਨਾਂ ਕਹੀਆਂ ਸੀਗੀਆਂ ਉਹ ਸਾਰੀਆਂ ਮੰਨੀਆਂ ਨੇ। ਵੀਰ ਦਾ ਪਾਸਪੋਰਟ ਉਹਦੇ ਹਵਾਲੇ ਕਰ ਦਿੱਤਾ ਹੈ, ਵੀਰ ਦਾ ਹਿਸਾਬ ਕਿਤਾਬ ਜਿਹੜਾ ਉਹ ਸਾਰਾ ਵੀਰ ਦਾ ਕਲੀਅਰ ਕਰ ਦਿੱਤਾ। ਔਰ ਟਿਕਟ ਵਾਸਤੇ ਵੀ ਉਹਨਾਂ ਨੇ ਹਾਫ ਅਮਾਊਂਟ ਜਿਹੜਾ ਉਹ ਦਿੱਤਾ। ਔਰ ਜਦੋਂ ਸਾਰੀ ਉੱਥੋਂ ਗੱਲ ਕਲੀਅਰ ਹੋ ਗਈ ਉਸ ਤੋਂ ਬਾਅਦ ਫਿਰ ਵੀਰ ਨੂੰ ਅਸੀਂ ਉੱਥੋਂ ਪਿਕਅਪ ਕਰਕੇ ਕਿਸੇ ਸੇਫ ਜਗ੍ਹਾ 'ਤੇ ਡਰੋਪ ਕੀਤਾ ਤਾਂ ਕਿ ਕੋਈ ਬਾਅਦ ਦੇ ਵਿੱਚ ਇੱਕ ਵਾਰ ਸਾਰੀ ਕਹਾਣੀ ਡਨ ਹੋਣ ਤੋਂ ਬਾਅਦ ਕੋਈ ਹੋਰ ਪ੍ਰੋਬਲਮ ਜਿਹੜੀ ਉਹ ਨਾ ਖੜੀ ਹੋਵੇ। ਲੇਕਿਨ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਇੱਕ ਤਾਂ ਮੈਂ ਸਾਰੇ ਉਹਨਾਂ ਵੀਰਾਂ ਦਾ ਧੰਨਵਾਦ ਕਰਾਂਗਾ ਜਿਹੜੇ ਹਮੇਸ਼ਾ ਕੋਈ ਵੀ ਜਦੋਂ ਅਸੀਂ ਕੋਈ ਕੈਂਪੇਨ ਸ਼ੁਰੂ ਕਰਦੇ ਹਾਂ, ਕੋਈ ਵੀ ਰੈਸਕਿਊ ਆਪਰੇਸ਼ਨ ਸ਼ੁਰੂ ਕਰਦੇ ਹਾਂ, ਨਾਲ ਦੀ ਨਾਲ ਸਾਡੇ ਨਾਲ ਖੜ੍ਹੇ ਹੋ ਜਾਂਦੇ ਨੇ। ਅਤੇ ਨਾਲ ਹੀ ਜਿਹੜੇ ਵੀਰ ਉੱਥੇ ਨੇ ਸਾਡੇ ਪੰਜਾਬੀ, ਉਹ ਸਾਰਿਆਂ ਨੂੰ ਬੇਨਤੀ ਹੈ, ਅਕਸਰ ਅਰਬ ਕੰਟਰੀਆਂ 'ਚੋਂ ਫੋਨ ਆਉਂਦੇ ਰਹਿੰਦੇ ਨੇ ਅਤੇ ਕਈ ਮੈਂ ਜਦੋਂ ਗੱਲ ਕਰਦੇ ਨੇ ਉਹਨਾਂ ਦੀ ਗੱਲਬਾਤ 'ਚੋਂ ਪਛਾਣ ਹੋ ਜਾਂਦੀ ਹੈ ਵੀ ਸ਼ਾਮ ਦਾ ਟਾਈਮ ਹੈ ਤਾਂ ਇਹਨਾਂ ਨੂੰ ਲਾਈ ਹੈ। ਆਹ ਲਾਣੇ ਵਾਲਾ ਜਿਹੜਾ ਕੰਮ ਹੈ ਨਾ, ਇਹ ਤੁਹਾਨੂੰ ਬਰਬਾਦ ਕਰਕੇ ਛੱਡੇਗਾ, ਕਿਸੇ ਪਾਸੇ ਜੋਗਾ ਨਹੀਂ ਛੱਡੇਗਾ। ਅਤੇ ਹੁਣ ਉੱਥੇ ਚਿੱਟਾ ਸਮੈਕ ਵੀ ਤੁਸੀਂ ਸ਼ੁਰੂ ਕਰ ਦਿੱਤੀ ਹੈ। ਸਾਡੇ ਇੰਡੀਅਨ ਪਾਕਿਸਤਾਨੀਆਂ ਦਾ ਬਸ ਆਹੀ ਕੰਮ ਰਹਿ ਗਿਆ, ਅਸੀਂ ਜਿੱਥੇ ਜਾਣਾ ਗੰਦ ਹੀ ਪਾਉਣਾ, ਬਸ ਸ਼ਰਾਬਾਂ ਵੇਚਣੀਆਂ ਨੇ ਔਰ ਸਮੈਕਾਂ ਵੇਚਣੀਆਂ, ਹੋਰ ਕੋਈ ਸਾਨੂੰ ਕੰਮ ਨਹੀਂ ਰਿਹਾ। ਇਹਨਾਂ ਕੰਮਾਂ ਦੇ ਕਰਕੇ ਤੇ ਘਰਦਿਆਂ ਨੇ ਕੱਢਿਆ ਵੀ ਜਾਓ ਦਫਾ ਹੋ ਜਾ ਕੇ ਕਿਤੇ ਕੰਮ ਕਰੋ। ਉੱਥੇ ਵੀ ਜਾ ਕੇ ਆਹੀ ਮੂੰਹ ਕਾਲਾ ਕਰਨਾ, ਫਿਰ ਫਾਇਦਾ ਕੀ ਹੈ ਬਾਹਰ ਜਾਣ ਦਾ? ਜੇ ਤੁਸੀਂ ਉੱਥੇ ਵੀ ਜੋ ਕਮਾਇਆ ਸਮੈਕ 'ਤੇ ਲਗਾ ਦੇਣਾ, ਚਿੱਟੇ 'ਤੇ ਲਗਾ ਦੇਣਾ, ਔਰ ਜੋ ਕਮਾਇਆ ਫੋਰਮੈਨ ਨੂੰ ਚਮਚਾਗਿਰੀ ਦੇ ਵਿੱਚ, ਪਾਲਿਸ਼ ਮਾਰਨ ਦੇ ਵਿੱਚ ਤੁਸੀਂ ਸਾਰਾ ਕੁਛ ਉੱਤੇ ਲਗਾ ਦੇਣਾ, ਫਿਰ ਤੁਸੀਂ ਗਏ ਕਾਹਦੇ ਵਾਸਤੇ ਉੱਥੇ? ਸੋ ਹੱਥ ਜੋੜ ਕੇ ਬੇਨਤੀ ਹੈ, ਮੇਰੀ ਗੱਲ ਦਾ ਕੋਈ ਗੁੱਸਾ ਗਿੱਲਾ ਨਾ ਕਰੇ, ਲੇਕਿਨ ਅੰਦਰ ਝਾਤੀ ਮਾਰੋ ਆਪਣੇ ਅੰਦਰ ਕਿ ਅਸੀਂ ਕੀ ਕਰਦੇ ਪਏ ਹਾਂ। ਪੰਜਾਬ ਦਾ ਤਾਂ ਬੇੜਾ ਗਰਕ ਹੈ ਹੀ ਹੈ, ਜਿੱਥੇ ਤੁਸੀਂ ਬੈਠੇ ਹੋ ਉੱਥੇ ਹੀ ਬੇੜਾ ਗਰਕ ਕਰਦੇ ਪਏ ਹੋ ਹੁਣ। ਸੋ ਆਹ ਜਿਹੜੀ ਫੋਰਮੈਨਾਂ ਦੀਆਂ ਪਾਲਿਸ਼ ਮਾਰਦੇ ਹੋ ਨਾ, ਇਹ ਨਾ ਕਰਿਆ ਕਰੋ। ਥੋੜ੍ਹੀ ਬਹੁਤ ਹੋਸ਼ ਨਾਲ, ਤਰੀਕੇ ਨਾਲ, ਸੋਚ ਸਮਝ ਕੇ ਗੱਲ ਕਰਿਆ ਕਰੋ। ਆਪਣੇ ਪੰਜਾਬੀ ਹੋ ਕੇ ਤੁਸੀਂ ਪੰਜਾਬੀਆਂ ਦੀ ਜੜ੍ਹਾਂ 'ਚ ਬੈਠੀ ਜਾਂਦੇ ਹੋ, ਕੋਈ ਸ਼ਰਮ ਹੋਣੀ ਚਾਹੀਦੀ ਹੈ ਥੋੜ੍ਹੀ ਬਹੁਤ। ਬਾਕੀ ਵੀਰ ਬਲਜਿੰਦਰ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ, ਜਿਹੜੇ ਸਪੈਸ਼ਲ ਇੰਨੀ ਦੂਰੋਂ ਗਏ ਨੇ, ਜਾ ਕੇ ਉਹਨਾਂ ਨੇ ਕੋਆਰਡੀਨੇਟ ਕੀਤਾ, ਸਾਰੀ ਗੱਲਬਾਤ ਕੀਤੀ ਹੈ ਕੰਪਨੀ ਨਾਲ, ਔਰ ਕੰਪਨੀ 'ਚੋਂ ਵੀਰ ਨੂੰ ਉੱਥੋਂ ਇੱਕ ਕਿਸਮ ਦੀ ਰਿਹਾਈ ਹੋ ਗਈ ਹੈ। ਵੀਰ ਨੂੰ ਉੱਥੋਂ ਰੈਸਕਿਊ ਕਰਕੇ ਵੀਰ ਨੂੰ ਉੱਥੋਂ ਲੈ ਕੇ ਅਤੇ ਅਸੀਂ ਇੱਕ ਸੇਫ ਜਗ੍ਹਾ ਠਹਿਰਾਇਆ ਹੋਇਆ। ਜਿੱਦਾਂ ਹੀ ਵੀਜ਼ਾ ਜਿਹੜਾ ਉਹ ਕੈਂਸਲੇਸ਼ਨ ਦੇ ਪ੍ਰੋਸੈਸ ਦੇ ਵਿੱਚ ਹੈ, ਵੀਜ਼ਾ ਕੈਂਸਲ ਹੋਣ ਤੋਂ ਬਾਅਦ ਟਿਕਟ ਲੈ ਕੇ ਅਤੇ ਵੀਰ ਨੂੰ ਆਪਾਂ ਇੰਡੀਆ ਭੇਜ ਦਿਆਂਗੇ।
ਤੇ ਬਾਕੀ ਆ ਜਿਹੜੀਆਂ ਇੱਕ ਦੋ ਗੱਲਾਂ ਕੀਤੀਆਂ ਨੇ, ਮੈਂ ਪਲੀਜ਼ ਅਸੀਂ ਜਿੱਥੇ ਵੀ ਰਹੀਏ ਮਿਲ ਜੁਲ ਕੇ ਰਹੀਏ, ਚਾਹੇ ਕੋਈ ਇੰਡੀਅਨ ਹੈ ਚਾਹੇ ਕੋਈ ਪਾਕਿਸਤਾਨੀ ਹੈ। ਤੇ ਆ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈ ਜਿਹੜਾ ਉੱਥੇ ਵੀ ਜਾ ਕੇ ਸ਼ੁਰੂ ਕਰ ਲਿਆ ਤੁਸੀਂ, ਆਪ ਪਲੀਜ਼ ਨਾ ਕਰੋ। ਇੰਨੇ ਔਖੇ ਅਰਬੀਆਂ ਕੋਲ, ਇਹਨਾਂ ਬੱਦੂਆਂ ਕੋਲ ਰਹਿ ਕੇ ਅਸੀਂ ਪੈਸੇ ਕਮਾਉਂਦੇ ਹਾਂ, ਉਹ ਕਾਹਦੇ ਵਾਸਤੇ ਕਮਾਉਂਦੇ ਹਾਂ? ਘਰਦਿਆਂ ਵਾਸਤੇ। ਤੇ ਤੁਸੀਂ ਉਹ ਸੁੱਟਾ ਲਾ ਕੇ ਪੀ ਜਾਂਦੇ ਹੋ, ਕੀ ਫਾਇਦਾ ਉਹਦਾ? ਜਦੋਂ ਫਿਰ ਸੁੱਟੇ ਵਾਸਤੇ ਪੈਸੇ ਘੱਟਦੇ ਨੇ ਫਿਰ ਦਲਾਲੀਆਂ ਕਰਦੇ ਹੋ ਤੁਸੀਂ, ਫਲਾਣੇ ਨੂੰ ਬੁਲਾ ਲਓ, ਫਲਾਣੇ ਨੂੰ ਬੁਲਾ ਲਓ, ਫਲਾਣੇ ਨੂੰ ਬੁਲਾ ਲਓ, ਵਿੱਚ ਦੱਲਾਪੰਥੀ ਕਰਕੇ ਪੈਸੇ ਖਾ ਲਓ। ਆਹੀ ਕੰਮ ਹੈ ਬਸ। ਸੋ ਇਹ ਦਲਾਲੀਆਂ, ਚਮਚਾਗਿਰੀਆਂ, ਪਾਲਿਸ਼ਾਂ ਮਾਰਨੀਆਂ ਛੱਡ ਦਿਓ, ਬੇਨਤੀ ਹੈ। ਅਕਸਰ ਇਹ ਪ੍ਰੋਬਲਮ ਦੀ ਆਪਾਂ ਹਮੇਸ਼ਾ ਦੇਖਦੇ ਰਹਿੰਦੇ ਹਾਂ। ਸੋ ਜਿੱਥੇ ਜਿੱਥੇ ਅਰਬ ਦੇ ਵਿੱਚ ਸਾਡੇ ਵੀਰ ਵੀਡੀਓ ਦੇਖਦੇ ਸੁਣਦੇ ਪਏ ਨੇ, ਅਸੀਂ ਜਦੋਂ ਕੋਈ ਸਾਡਾ ਪੰਜਾਬੀ ਵੀਰ ਤਕਲੀਫ ਦੇ ਵਿੱਚ ਹੈ, ਪਰੇਸ਼ਾਨੀ ਦੇ ਵਿੱਚ, ਇਕੱਲਾ ਪੰਜਾਬੀ ਨਹੀਂ, ਕੋਈ ਵੀ ਇੰਡੀਅਨ ਹੋਵੇ, ਸੋ ਉਹਦੀ ਹੈਲਪ ਵਾਸਤੇ ਆਪਾਂ ਅੱਗੇ ਆਈਏ। ਤੁਸੀਂ ਕਦੇ ਕੋਈ ਸਾਊਥ ਇੰਡੀਅਨ ਦੇਖਿਆ ਇੱਦਾਂ ਵੀਡੀਓ ਪਾਉਂਦਾ, ਮੈਂ ਲੁੱਟ ਗਿਆ ਜੀ, ਮੈਂ ਮਰ ਗਿਆ ਜੀ? ਇਹ ਲੋਕ ਇੱਕ ਦੂਜੇ ਦੀ ਹੈਲਪ ਕਰਦੇ ਆ, ਅਸੀਂ ਇੱਕ ਦੂਜੇ ਦੀ ਲੱਤ ਖਿੱਚਦੇ ਹਾਂ। ਸੋ ਬੇਨਤੀ ਹੈ, ਆਪਾਂ ਜੇ ਕਿਸੇ ਦੇ ਕੰਮ ਨਹੀਂ ਆ ਸਕਦੇ ਤਾਂ ਫਿਰ ਲੱਤ ਵੀ ਨਾ ਅੜਾਈਏ। ਤੇ ਜੇ ਪਰਮਾਤਮਾ ਨੇ ਇੰਨੀ ਮਤਬੁੱਧ ਦਿੱਤੀ ਹੈ ਕਿ ਪਰਮਾਤਮਾ ਨੇ ਹੱਥ ਪੈਰ ਵੀ ਦਿੱਤੇ ਨੇ, ਤੁਸੀਂ ਬਾਹਰ ਆ ਕੇ ਕੰਮ ਵੀ ਕਰਦੇ ਪਏ ਹੋ। ਅੱਜ ਪੰਜਾਬ ਦੇ ਹਾਲਾਤ ਦੇਖੋ, ਕਿੰਨੀ ਬੁਰੀ ਹਾਲਤ ਹੈ, ਉੱਥੇ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ। ਤੁਸੀਂ ਐਟਲੀਸਟ ਬਾਹਰ ਬੈਠੇ ਹੋ, 4 ਪੈਸੇ ਕਮਾ ਰਹੇ ਹੋ, ਲੇਕਿਨ ਆ ਦਲਾਲੀ ਨਾ ਕਰੋ, ਆ ਚਮਚਾਗਿਰੀਆਂ ਨਾ ਕਰੋ। ਅਸੀਂ ਬੜੀਆਂ ਕੰਪਨੀਆਂ 'ਚ ਕੰਮ ਕੀਤਾ, ਔਰ ਜਿੱਥੇ ਵੀ ਪਰਮਾਤਮਾ ਦੀ ਕਿਰਪਾ ਨਾਲ ਕੰਮ ਕੀਤਾ, ਬੜੀ ਚੜ੍ਹਦੀ ਕਲਾ 'ਚ ਰਹੇ ਹਾਂ, ਆਪਣੇ ਕੰਮ ਕਰਕੇ, ਆਪਣੀ ਬੋਲਬਾਣੀ ਕਰਕੇ। ਅੱਜ ਵੀ ਜਿੱਥੇ ਕੰਮ ਕਰ ਰਹੇ ਹਾਂ, ਤੁਸੀਂ ਉੱਥੇ ਵੀ ਫੋਨ ਕਰਕੇ ਪੁੱਛ ਸਕਦੇ ਹੋ। ਸੋ ਬੇਨਤੀ ਹੈ, ਸਾਰੇ ਪੰਜਾਬੀ ਜਿੱਥੇ ਜਿੱਥੇ ਅਰਬ ਕੰਟਰੀਆਂ 'ਚ ਮੇਰੀ ਗੱਲਬਾਤ ਸੁਣਦੇ ਨੇ, ਪੂਰੀ ਦੁਨੀਆ ਜਿੱਥੇ ਵੀ ਗੱਲਬਾਤ ਸੁਣਦੇ ਨੇ, ਉਹ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ ਵੀ ਕੋਈ ਸਾਡਾ ਪੰਜਾਬੀ ਵੀਰ ਭੈਣ ਜਾਂ ਭਰਾ ਜਿੱਥੇ ਵੀ ਕੋਈ ਫਸੇ, ਉਹਦੀ ਮਦਦ ਵਾਸਤੇ ਅੱਗੇ ਆਓ, ਔਰ ਲੋਕਾਂ ਦੀਆਂ ਚਮਚਾਗਿਰੀਆਂ ਨਾ ਕਰੋ, ਔਰ ਦਲਾਲੀਆਂ ਨਾ ਕਰੋ, ਔਰ ਨਸ਼ਿਆਂ ਤੋਂ ਦੂਰ ਰਹੋ ਜੀ। ਬਲਜਿੰਦਰ ਵੀਰ ਦਾ ਇੱਕ ਵਾਰ ਫਿਰ ਬਹੁਤ ਦਿਲੋਂ ਧੰਨਵਾਦ ਹੈ। ਵੀਰ ਸਪੈਸ਼ਲੀ ਇੰਨੀ ਦੂਰ ਜਾ ਕੇ ਵੀਰ ਨੇ ਸਾਰਾ ਮਾਮਲਾ ਸੌਰਟ ਆਊਟ ਕੀਤਾ, ਔਰ ਉਸ ਕੰਪਨੀ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਨਾਲ ਦੀ ਨਾਲ ਸਾਡੀ ਗੱਲਬਾਤ ਸੁਣੀ ਹੈ ਔਰ ਇਸ ਮੈਟਰ ਨੂੰ ਕਲੋਜ਼ ਕਰ ਦਿੱਤਾ। ਉਹਨਾਂ ਦੇ ਧੰਨਵਾਦ ਵਾਸਤੇ ਅਸੀਂ ਇਹ ਵੀਡੀਓ ਕੀਤਾ। ਤੇ ਵੀਰ ਨੂੰ ਵੀ ਮੁਬਾਰਕ ਹੈ ਜਿਹਦੀ ਉੱਥੋਂ ਜਾਨ ਛੁੱਟ ਗਈ ਹੈ ਤੇ ਹੁਣ ਆਪਣੇ ਬੱਚਿਆਂ ਦੇ ਵਿੱਚ ਚਲਾ ਜਾਏਗਾ। ਸੋ ਲਾਸਟ ਦੇ ਵਿੱਚ ਇੱਕ ਵਾਰ ਫਿਰ ਮੈਂ ਬੇਨਤੀ ਕਰਾਂ, ਇੱਕ ਦੂਜੇ ਦੀ ਆਪਾਂ ਬਾਹਾਂ ਬਣੀਏ, ਇੱਕ ਦੂਜੇ ਦੀ ਲੱਤਾਂ ਆਪਾਂ ਨਾ ਖਿੱਚੀਏ। ਤੇ ਇੱਦਾਂ ਹੀ ਸਾਰੇ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਦਾ ਜੋ ਗਰੁੱਪ ਹੈ, ਜਿਨ੍ਹਾਂ ਨੇ ਟਵਿੱਟਰ 'ਤੇ ਮਦਦ ਕੀਤੀ, ਜਿਨ੍ਹਾਂ ਨੇ ਟਵੀਟਸ ਕੀਤੇ ਹੈ, ਉਹ ਸਾਰੇ ਵੀਰਾਂ ਦਾ, ਜਿਨ੍ਹਾਂ ਨੇ ਟਵਿੱਟਰ 'ਤੇ ਕੈਂਪੇਨ ਚਲਾਇਆ, ਉਹਦੇ ਵਿੱਚ ਜੋ ਉਹਨਾਂ ਨੇ ਸਹਿਯੋਗ ਦਿੱਤਾ, ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ। ਗੁਰੂ ਮਹਾਰਾਜ ਮਿਹਰ ਕਰਨ, ਆਪ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ 'ਚ ਰੱਖਣ ਔਰ ਆਪਸ 'ਚ ਪਿਆਰ ਬਣਿਆ ਰਹੇ ਜੀ। ਸਤਿ ਸ਼੍ਰੀ ਅਕਾਲ।